ਉਹਦੇ ਨਾਲ ਹੀ ਮੋਸ਼ਨ ਦੇ ਨਾਲ ਹੀ ਇੱਕ ਬਲੱਡ ਦੀ ਲਾਈਨ ਜੀ ਬਣ ਕੇ ਆਉਂਦੀ ਹੈ, ਉਹ ਫਿਸਰ ਹੋ ਜਾਂਦਾ ਹੈ। ਮੌਕੇ ਦੇ ਵਿੱਚੋਂ ਸਾਡੇ ਬਲੱਡ ਆ ਰਿਹਾ ਹੈ, ਪੁਆਇੰਟ ਆਉਂਦਾ ਵੀ ਉਹ ਬਲੱਡ ਵੈਸਲ ਬਾਹਰ ਨਿਕਲਦੀਆਂ ਕਿਉਂ ਨੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ ਦੋਸਤੋ। मैं जिंदी मर जानी तो तुसी देख रहे हो वही सब पंजाब। दोस्तों आप सब का स्वागत है हैल्थ एंड फिटनेस शो दे विच। एक बार फिर हाजिर हो गए डॉक्टर साहब। दसदी चलना कि डॉक्टर हरमेश गर्ग जी आयुर्वेदिक डॉक्टर आ ਤੇ ਪਿਛਲੇ ਐਪੀਸੋਡ ਦੇ ਵਿੱਚ ਵੀ ਤੁਹਾਨੂੰ ਬਹੁਤ ਹੀ ਕੰਮ ਦੀਆਂ ਜਿਹੜੀਆਂ ਗੱਲਾਂ ਦੱਸੀਆਂ ਸੀਗੀਆਂ ਹੈਲਥ ਨੂੰ ਰਿਲੇਟਡ, ਤੇ ਅੱਜ ਫਿਰ ਇੱਕ ਵਾਰ ਡਾਕਟਰ ਸਾਹਿਬ ਹਾਜ਼ਰ ਹੋ ਗਏ ਆ। ਤੇ ਡਾਕਟਰ ਸਾਹਿਬ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਥੈਂਕ ਯੂ ਸੋ ਮਚ। ਤੇ ਅੱਜ ਕਿਸ ਬਿਮਾਰੀ ਬਾਰੇ ਜਿਹੜੀ ਹੈਗੀ ਆ ਦਰਸ਼ਕਾਂ ਨੂੰ ਇਨਫੋਰਮੇਸ਼ਨ ਦੇਣੀ ਆ? ਅਸੀਂ ਪਿਛਲੇ ਐਪੀਸੋਡ ਦੇ ਵਿੱਚ ਵੀ ਪੇਟ ਦੇ ਰੋਗਾਂ ਬਾਰੇ ਗੱਲ ਕਰਦੇ ਆ ਰਹੇ ਸੀ। ਪਹਿਲੀ ਵਾਰੀ ਅਸੀਂ ज़्यादा तेजाबान बारे गल की, फिर अगली बारी अल्सर बारे गल की। एक होर बड़ी कॉमन प्रॉब्लम है जिन्होंने असीं आम लैंगुएज बवासीर कह दें। आम बंदा उन्होंने सिर्फ बवासीर ही समझदा है, पर इहदे च असीं मैं इन्हां नूं तीन चीज़ां दे विच करना चाहुंदा। पाइल, फिजर ते फिस्टुला, ये तीन प्रॉब्लम्स होंदियां ਜਿਹੜੀਆਂ ਸਾਡੀਆਂ ਇਨਲ ਕਨਾਲ ਦੇ ਅਰਾਊਂਡ ਹੁੰਦੀ ਹੈ। ਜਦੋਂ ਅਸੀਂ ਮੋਸ਼ਨ ਪਾਸ ਕਰਦੇ ਹਾਂ ਤਾਂ ਉਸ ਜਿਹੜਾ ਏਰੀਆ ਹੈ ਉਸ ਨਾਲ ਰਿਲੇਟਡ ਇਹ ਪ੍ਰੋਬਲਮਸ ਨੇ ਜਿਹੜੀਆਂ। ਤੇ ਪਹਿਲਾਂ ਤਾਂ ਥੋੜਾ ਜਿਹਾ ਕਲੀਅਰ ਕਰ ਦਿਓ ਕਿ ਕਈ ਜਿੱਦਾਂ ਹੁਣ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਬਵਾਸੀਰ ਜਿਹੜੀ ਹੈਗੀ ਉਹ ਤਾਂ ਆਪਾਂ ਨੂੰ ਸਭ ਨੂੰ ਪਤਾ ਆ, ਤੇ ਦੂਜਾ ਲਫ਼ਜ਼ ਜਿਹੜਾ ਹੈਗਾ ਆ ਪਾਇਲਸ ਜਿਹੜਾ ਹੈਗਾ ਇੰਗਲਿਸ਼ ਦੇ ਵਿੱਚ ਇਹ ਕਾਮਨ ਵਰਡ ਹੈਗਾ ਯੂਜ਼ ਕਰਦੇ। ਤੇ ਤੁਸੀਂ ਥੋੜਾ ਕੁ ਦੱਸੋ ਕਿ ਦੋ ਲਫ਼ਜ਼ ਤੁਸੀਂ ਵਰਡ ਹੋਰ ਵੀ ਯੂਜ਼ ਕੀਤੇ, ਕਿਉਂਕਿ ਆਮ ਜਿਹੜੀ ਪਬਲਿਕ ਹੁੰਦੀ ਆ ਉਹਨਾਂ ਨੂੰ ਡਾਕਟਰੀ ਭਾਸ਼ਾ ਜਿਹੜੀ ਹੈਗੀ ਆ ਕਈ ਵਾਰ ਨਹੀਂ ਵੀ ਉਹ ਪਤਾ ਹੁੰਦਾ। ਤੇ ਥੋੜਾ ਜਿਹਾ ਇਹਨਾਂ ਤਿੰਨਾਂ ਬਾਰੇ ਤੁਸੀਂ ਥੋੜਾ ਦੱਸੋ। ਹਾਂਜੀ ਹਾਂਜੀ, ਮੈਂ ਇਹ ਚ ਬੋਲਿਆ ਜੀ ਪਾਇਲ, ਇੱਕ ਫਿਸਟੁਲਾ, ਇੱਕ ਫਿਸਰ, ਤਿੰਨ ਚੀਜ਼ਾਂ ਹੁੰਦੀਆਂ ਇਹਦੇ ਚ। ਪਾਇਲ ਦੇ ਵਿੱਚ ਤਾਂ ਇਹ ਹੋ ਗਿਆ ਵੀ ਜਿਸ ਤਰ੍ਹਾਂ ਆਮ ਕਰਕੇ ਲੋਕਾਂ ਨੂੰ ਸੁਣ ਚਾਹੀਏ ਮੌਕੇ ਹੋ ਗਏ ਜੀ, ਮੌਕੇ ਦੇ ਵਿੱਚੋਂ ਸਾਡੇ ਬਲੱਡ ਆ ਰਿਹਾ ਹੈ ਜਾਂ ਇੱਦਾਂ ਹੋ ਗਿਆ ਹਨਾ, ਇਹ ਸੋਚਦੇ ਨੇ। ਤੇ ਦੂਸਰਾ ਜਿਹੜਾ ਫਿਸਰ ਹੈ, ਫਿਸਰ ਦੇ ਵਿੱਚ ਕੀ ਹੁੰਦਾ ਹੈ, ਜਿਹੜੀ ਸਾਡੀ ਇਨਰ ਕਨਾਲ ਹੈ, ਇਨਰ ਕਨਾਲ ਦੇ ਅੰਦਰ ਰੈਕਟਮ ਦੇ ਵਿੱਚ ਕ੍ਰੈਕ ਪੈ ਜਾਂਦਾ ਹੈ। ਉਹ 'ਚ ਕੋਈ ਮੌਕਾ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਜਦੋਂ ਬੰਦਾ ਮੋਸ਼ਨ ਪਾਸ ਕਰਦਾ ਹੈ ਉਹਦੇ ਨਾਲ ਹੀ ਮੋਸ਼ਨ ਦੇ ਨਾਲ ਹੀ ਇੱਕ ਬਲੱਡ ਦੀ ਲਾਈਨ ਜੀ ਬਣ ਕੇ ਆਉਂਦੀ ਹੈ, ਉਹ ਫਿਸਰ ਹੋ ਜਾਂਦਾ ਹੈ। ਤੇ ਫਿਸਟੁਲਾ ਦੇ ਵਿੱਚ ਕੀ ਹੁੰਦਾ ਹੈ, ਸਾਡੇ ਇਨਰ ਕਨਾਲ ਦੇ ਅੰਦਰਲੇ ਪਾਸੇ ਕੁਛ ਗਲੈਂਡਸ ਵੀ ਹੁੰਦੀਆਂ, ਜਾਂ ਸਮ ਟਾਈਮ ਇਨਰ ਕਨਾਲ ਦੇ ਅੰਦਰ ਕੋਈ ਜ਼ਖਮ ਹੋ ਗਿਆ ਤਾਂ ਉੱਥੇ ਸਾਡਾ ਜਿਹੜਾ ਸਟੂਲ ਹੈ ਉੱਥੇ ਲੱਗਿਆ ਰਿਹਾ, ਸਟੂਲ ਨੇ ਅੰਦਰ ਦੀ ਰਸਤਾ ਬਣਾ ਕੇ ਬਾਹਰ ਆ ਕੇ ਸਾਡੇ ਇਨਰ ਕਨਾਲ ਦੇ ਅਰਾਊਂਡ ਕਿਤੇ ਇੱਕ ਛੋਟੀ ਜਿਹੀ ਐਪਸਿਸ ਜੀ ਬਣਾ ਦਿੰਦਾ, ਫਿੰਸੀ ਬਣਾ ਦਿੰਦਾ, ਤੇ ਉਹ ਕਿਤੇ ਭਰ ਗਈ ਕਿਤੇ ਫਿਸ ਗਈ। ਉਹ ਏਦਾਂ ਬੰਦਾ ਰਹਿੰਦਾ। ਆਮ ਉਹਨੂੰ ਸਮਝ ਨਹੀਂ ਪੈਂਦੇ ਲੋਕ ਵੀ ਮੇਰੇ ਇੱਥੇ ਜ਼ਖਮ ਜਿਹਾ ਹੋਇਆ, ਫਿੰਸੀ ਹੈ ਜੀ, ਉਹ ਕਹਿੰਦੇ ਮੇਰੇ ਕਿਤੇ ਭਰ ਜਾਂਦੀ ਹੈ, ਕਿਤੇ ਫਿਸ ਜਾਂਦੀ ਹੈ, ਵੱਡੀ ਸਾਰੀ ਹੋ ਗਈ ਜੀ, ਤਾਂ ਉਹਦੇ ਅੰਦਰ ਪਸ ਬਣ ਜਾਂਦੀ ਹੈ, ਉਹ ਬਾਰ ਦੀ ਇੱਕ ਰਸਤਾ ਬਣ ਜਾਂਦਾ, ਉਹਨੂੰ ਅਸੀਂ ਫਿਸਟੁਲਾ ਕਹਿੰਦੇ ਹਾਂ। ਇਹ ਤਿੰਨ ਅਲੱਗ-ਅਲੱਗ। ਤੇ ਉੱਥੇ ਗੱਲ ਆਉਂਦੀ ਡਾਕਟਰ ਸਾਹਿਬ ਕਿ ਕੋਈ ਵੀ ਬਿਮਾਰੀ ਆ ਇਹ ਚੀਜ਼ਾਂ ਹੁੰਦੀਆਂ ਕਿਉਂ ਆ, ਕੋਸ਼ ਕੀ ਹੈਗਾ ਇਹਦਾ? ਜਿਵੇਂ ਪਾਇਲਸ ਹੈ ਜੀ, ਪਾਇਲਸ ਦੇ ਵਿੱਚ ਅਸੀਂ ਆਮ ਭਾਸ਼ਾ ਜਿਵੇਂ ਕਹਿੰਦੇ ਮੌਕੇ ਲਟਕ ਰਹੇ ਆ, ਐਕਚੁਅਲੀ ਉਹ ਮੌਕੇ ਨਹੀਂ ਹੁੰਦੇ। ਜਿਹੜੀ ਉੱਥੇ ਲੋਕਲ ਸਾਡੀਆਂ ਬਲੱਡ ਵੈਸਲਸ ਹੁੰਦੀਆਂ ਉਹ ਬਲੱਡ ਵੈਸਲ ਦੇ ਉੱਪਰ ਪ੍ਰੈਸ਼ਰ ਪੈਣ ਕਰਕੇ ਬਲੱਡ ਵੈਸਲ ਲੰਬੀਆਂ ਹੋ ਜਾਂਦੀਆਂ, ਉੱਥੋਂ ਬਾਹਰ ਨਿਕਲ ਜਾਂਦੀਆਂ। ਨਿਕਲ ਕੇ ਉਹਨਾਂ ਦੇ ਬਿਲਕੁਲ ਜਿਹੜੇ ਲਾਸਟ ਸਿਰੇ ਨੇ ਉਹਨਾਂ ਦੇ ਅੰਦਰ ਬਲੱਡ ਦਾ ਕਲੌਟ ਬਣ ਜਾਂਦਾ, ਜਾਂ ਉਹ ਕਈ ਵਾਰ ਉਹਨਾਂ ਦੇ ਮੂੰਹ ਓਪਨ ਹੋ ਜਾਂਦੇ ਨੇ। ਤਾਂ ਉਹ ਹੁਣ ਪੁਆਇੰਟ ਆਉਂਦਾ ਵੀ ਉਹ ਬਲੱਡ ਵੈਸਲ ਬਾਹਰ ਨਿਕਲਦੀਆਂ ਕਿਉਂ ਨੇ। ਇਹਦੇ ਦੋ ਤਿੰਨ ਕਾਰਨ ਹੈ। ਕਈ ਵਾਰੀ ਜਿਵੇਂ ਲੇਡੀਜ਼ ਨੂੰ ਬੜੀ ਪ੍ਰੋਬਲਮ ਹੁੰਦੀ ਹੈ ਜੀ ਪਾਇਲਸ ਦੀ, ਜਿਸ ਟਾਈਮ 'ਤੇ ਪ੍ਰੈਗਨੈਂਸੀ ਹੁੰਦੀ ਹੈ, ਪ੍ਰੈਗਨੈਂਸੀ ਦੇ ਟਾਈਮ 'ਤੇ ਜਿਹੜੀਆਂ ਉਹਨਾਂ ਦੀਆਂ ਬਲੱਡ ਵੈਸਲ ਨੇ ਉਹ ਕੁਛ ਹਾਰਮੋਨ ਦਾ ਇੱਦਾਂ ਦਾ ਕੁਛ ਚੇਂਜ ਆਉਂਦਾ ਹੈ, ਉਹ ਸਾਰੀਆਂ ਡਾਇਲੇਟ ਹੋ ਜਾਂਦੀਆਂ। ਜਿਸ ਤਰ੍ਹਾਂ ਉਹਨਾਂ ਦੀਆਂ ਲੱਤਾਂ ਦੀਆਂ ਨਸਾਂ ਹੁੰਦੀਆਂ ਆਮ ਕਰਕੇ ਕਿਲੇਡੀ ਵੈਰੀਕੋਸ ਵੇਨ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਉਹਨਾਂ ਦੇ ਜਿਹੜਾ GI ਟਰੈਕ ਹੈ ਪੂਰਾ, ਉਹਦੇ ਅੰਦਰ ਵੀ ਜਿਹੜੀਆਂ ਬਲੱਡ ਦੀਆਂ ਨਸਾਂ ਹੁੰਦੀਆਂ ਉਹ ਵੀ ਡਾਇਲੇਟ ਹੋ ਜਾਂਦੀਆਂ, ਤੇ ਉਹ ਜ਼ਿਆਦਾ ਪ੍ਰੈਸ਼ਰ ਪੈਣ ਕਰਕੇ ਜਿਹੜੀਆਂ ਨੀਚੇ ਇਨਰ ਕਨਾਲ ਦੇ ਅਰਾਊਂਡ ਨਸਾਂ ਹੁੰਦੀਆਂ ਉਹ ਜ਼ਿਆਦਾ ਡਾਇਲੇਟ ਹੋ ਕੇ ਬਾਹਰ ਨੂੰ ਨਿਕਲਣੇ ਸ਼ੁਰੂ ਹੋ ਜਾਂਦੇ।
दूसरा फीमेल के अंदर प्रॉब्लम हो गई। तीसरा फिर कुछ वही आप लास्ट टाइम की गल की सी, कई बंदियां नूं आदत है भी स्टूल एक बारी कहते मैनू मेरा पेट साफ नहीं होया, दोबारा फिर जाना, फिर जाके जोर लगाना पॉटी नूं करन वास्ते, जां फिर कईयां नूं वैसे ही इदां दी कोई चीज़ है भी उन्होंने कॉन्स्टिपेशन ही रह रही है, वो ज़्यादा जोर लगा रहे हैं। जदों ज़्यादा स्टूल का जोर लगाते हैं, जड़ियाँ उत्थे लोकल ब्लड वैसल्स ने सारियां साड़ियां वेन्स ने जड़ियां वो फुलनियां शुरू होके वो बाहर आ जाती है। तो कई बारी तो वो नसां सिर्फ अंदर अंदर ही रहिंदियां ने, फिर उन्होंने असीं कहने भी ये फस्ट डिग्री है अंदर ही रही है। कईयां दियां नसां जदों स्टूल पास करदा बाहर तक आ जांदियां ते स्टूल पास होने तो बाद अपने आप दोबारा फिर अंदर चली जांदियां ने। फिर कई बारी इदां हुंदा भी जदों प्रॉब्लम फिर भी बंदा उस कोई ट्रीटमेंट नहीं करांदा, इंनियां को नसां फैल जांदियां स्टूल पास करन तो बाद च भी अंदर नहीं जांदियां, बंदे नूं आप हत्थ नाल उन्हां नूं अंदर प्रैस करके पाना पैंदा, वो 3rd डिग्री हो जाती है। फिर वो ब्लड वैसल दे कई बारी मूँह के अगे अल्सर बन जाता है, तो उत्थे तो ब्लड आना शुरू हो जाता है, तो फिर उन्होंने कहना भी खूनी बवासीर हो गई है, या फिर जिन्नी देर उन्हें खून नहीं निकलता उन्होंने कहते भी खूनी सिंपल बवासीर है, ये कहते बवासीर के मौके हो गए जी। तो ये हो गया अपना मतलब मेन बवासीर या कलियां पाइल्स बारे गल। ਤੇ ਜਿੱਦਾਂ ਤੁਸੀਂ ਬਵਾਸੀਰ ਦੇ ਮੌਕਿਆਂ ਦੀ ਗੱਲ ਕੀਤੀ ਆ, ਇਹ ਬਹੁਤ ਹੀ ਜਿੱਦਾਂ ਕਾਮਨ ਹੈਗੀ ਆ। ਕਈ ਵਾਰ ਜਿੱਦਾਂ ਲੋਕੀ ਆਪਰੇਸ਼ਨ ਵੀ ਕਰਾਉਂਦੇ ਆ, ਕਹਿ ਦਿੰਦੇ ਆ ਹਾਂਜੀ ਇਹਦੀਆਂ ਜੜ੍ਹਾਂ ਬਹੁਤ ਲੰਮੀਆਂ ਫੈਲ ਗਈਆਂ। ਇਹਦੇ ਤੋਂ ਕੀ ਤੁਸੀਂ ਜੋ ਕਲੀਅਰ ਕੀਤਾ ਉਹਦੇ ਵਿੱਚ ਟੋਟਲੀ ਡਿਫਰੈਂਟ ਹੈਗਾ ਆ। ਕਈ ਇਹ ਭਾਸ਼ਾ ਯੂਜ਼ ਕਰਦੇ ਹਾਂਜੀ ਜੀ ਉਹ ਫਲਾਣੇ ਬੰਦੇ ਨੂੰ ਬਵਾਸੀਰ ਹੋਈ ਆ, ਮੌਕੇ ਹੈਗੇ, ਬਟ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਬਹੁਤ ਡੂੰਘੀਆਂ ਜਾ ਚੁੱਕੀਆਂ। ਕੀ ਉਸ ਤੋਂ ਭਾਵ ਹੁੰਦਾ ਉਹਨਾਂ ਦਾ? ਜੜ ਡੂੰਘੀ ਜਾਂਦਾ ਮਤਲਬ ਕੁਛ ਨਹੀਂ, ਉਹ ਤਾਂ ਇੱਕ ਬਲੱਡ ਵੈਸਲ ਹੈ ਜੀ, ਆਪਣੀ ਨਸ ਹੈ ਅੰਦਰ, ਖੂਨ ਦੀ ਨਸ ਹੈ ਇੱਕ ਤਰ੍ਹਾਂ ਦੀ ਪਾਈਪ ਹੈ। ਉਹ ਪਾਈਪ ਕਿੱਥੋਂ ਉੱਪਰੋਂ ਫੈਲੀ ਨੀਚੇ ਤੱਕ ਆ ਗਈ, ਬਸ ਉਹਦਾ ਸਿਰਾ ਪਕੜ ਕੇ ਉੱਥੋਂ ਜਾਂ ਤਾਂ ਉਹਨੂੰ ਕੱਟ ਦਿੰਦੇ ਨੇ, ਜਾਂ ਉੱਤੇ ਬੈਂਡ ਚੜਾ ਦਿੱਤਾ ਜਾਂਦਾ, ਜਾਂ ਉਹ ਨਸ ਦੇ ਅੰਦਰ ਇੰਜੈਕਸ਼ਨ ਲਾ ਕੇ ਉਹਨੂੰ ਪੂਰੀ ਨੂੰ ਜੰਪ ਕਰ ਦਿੱਤਾ ਜਾਂਦਾ। ਇਦਾਂ ਮਤਲਬ ਟ੍ਰੀਟਮੈਂਟ ਕੀਤੇ ਜਾਂਦੇ ਨੇ ਆ। ਤੇ ਇਹ ਟ੍ਰੀਟਮੈਂਟ ਜਿੱਦਾਂ ਕਈ ਜਿੱਦਾਂ ਲੋਕ ਹੁੰਦੇ ਆ ਟ੍ਰੀਟਮੈਂਟ ਇਹ ਕਰਾਉਂਦੇ ਵੀ ਆ, ਬਟ ਫਿਰ ਵੀ ਪ੍ਰੋਬਲਮ ਜਿਹੜੀ ਆ ਵਾਰ-ਵਾਰ ਜਿਹੜੀ ਆ ਉਹ ਰਿਪੀਟ ਹੁੰਦੀ ਰਹਿੰਦੀ। ਕੀ ਕਾਰਨ ਹੈ? ਪ੍ਰੋਬਲਮ ਤਾਂ ਦੇਖੋ ਉਹੀ ਹੈ ਨਾ, ਜਦੋਂ ਆਪਰੇਸ਼ਨ ਤਾਂ ਆਪਾਂ ਕਰਾ ਲਿਆ ਵੀ ਨਸ ਦੇ ਉੱਪਰ ਪ੍ਰੈਸ਼ਰ ਪੈ ਰਿਹਾ, ਪਰ ਰੂਟ ਕਾਜ਼ ਤਾਂ ਉਹਦਾ ਖਤਮ ਨਹੀਂ ਕੀਤਾ ਵੀ ਪ੍ਰੈਸ਼ਰ ਕਿਉਂ ਪੈ ਰਿਹਾ। ਰੀਜ਼ਨ ਤਾਂ ਉੱਥੇ ਹੀ ਰਹਿ ਗਿਆ ਜੀ ਵੀ ਸਾਡੇ GI ਟਰੈਕ ਦੇ ਅੰਦਰ ਪੂਰੇ ਅੰਦਰ ਜਿਹੜਾ ਇਹ ਖੂਨ ਦਾ ਦਬਾਅ ਜ਼ਿਆਦਾ ਕਿਉਂ ਹੈ। ਜਿੰਨੀ ਦੇਰ ਅਸੀਂ ਖੂਨ ਦਾ ਦਬਾਅ ਘੱਟ ਨਹੀਂ ਕਰਾਂਗੇ ਉਨੀ ਦੇਰ ਤੱਕ ਉਹ ਪ੍ਰੋਬਲਮ ਤਾਂ ਨਹੀਂ ਠੀਕ ਹੋਏਗੀ। ਜਿਵੇਂ ਇਹਦਾ ਕੀ ਕਾਰਨ ਹੈ ਵੀ ਮੇਨ ਕੌਨਸਟੀਪੇਸ਼ਨ ਹੈ, ਮੰਨ ਲਓ ਸਭ ਤੋਂ ਵੱਡਾ ਕਾਰਨ ਕੌਨਸਟੀਪੇਸ਼ਨ ਹੈ। ਜੇ ਬੰਦੇ ਦੀ ਕੌਨਸਟੀਪੇਸ਼ਨ ਨੂੰ ਅਸੀਂ ਠੀਕ ਰੱਖਾਂਗੇ, ਕੌਨਸਟੀਪੇਸ਼ਨ ਉਹਦੀ ਠੀਕ ਤਾਂ ਰਹੇਗੀ ਜੇ ਆਪਣਾ ਉਹ ਡਾਈਟ ਕੰਟਰੋਲ ਠੀਕ ਕਰੇਗਾ, ਆਪਣਾ ਆਹਾਰ ਤੇ ਵਿਹਾਰ ਦੋਨੋਂ ਨੂੰ ਠੀਕ ਕਰੇਗਾ। ਹੁਣ ਖਾਣਾ ਉਹਨੇ ਬੰਦੇ ਨੇ ਮੈਦੇ ਵਾਲੀ ਚੀਜ਼ ਖਾਣੀ ਹੈ, ठीक है जी, ਉਹਦੇ 'ਚ ਰਫਜ ਨਹੀਂ ਲੈਣੀ, ਖਾਣਾ ਖਾਣ ਲੱਗੇ ਖੀਰਾ ਸੈਲਡ ਨਹੀਂ ਖਾਣਾ, ਹੈ ਨਾ ਜੀ। ਫਿਰ ਬੰਦੇ ਦੀ ਸਾਰਾ ਦਿਨ ਸਿਟਿੰਗ ਜੌਬ ਆ, ਬੈਠੇ ਰਹਿਣਾ, ਓਵਰਵੇਟ ਹੈ ਤਾਂ ਜੇ ਬੈਠਾ ਰਹੇਗਾ ਓਵਰਵੇਟ ਹੋਏਗਾ ਤਾਂ ਨਸਾਂ 'ਤੇ ਪ੍ਰੈਸ਼ਰ ਪਈ ਹੋਏਗਾ। ਬੰਦੇ ਕੋਈ ਐਕਸਰਸਾਈਜ਼ ਨਹੀਂ ਕਰਨੀ, ਕੋਈ ਵਾਕ ਨਹੀਂ ਕਰਨੀ, ਕੋਈ ਯੋਗਾ ਨਹੀਂ ਕਰਨਾ, ਇਹ ਜੇ ਉੱਪਰ ਵਾਲੀ ਚੀਜ਼ਾਂ ਨੂੰ ਸਾਰਿਆਂ ਨੂੰ ਠੀਕ ਨਹੀਂ ਕਰਾਂਗੇ ਤਾਂ ਇਹ ਬਵਾਸੀਰ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ। ਓਕੇ, ਤੇ ਐਵਰੀ ਐਪੀਸੋਡ ਵਿੱਚ ਮੈਂ ਹੀ ਪੁੱਛਦੀ ਹੁੰਦੀ ਆ ਵੀ ਖਾਣਾ ਜਿਹੜਾ ਹੈਗਾ ਆ ਕੀ ਕੀ ਅਵੋਇਡ ਕਰਨਾ ਚਾਹੀਦਾ। ਪਹਿਲਾਂ ਤਾਂ ਅਵੋਇਡ ਕਰਨ ਤੋਂ ਕਹਿੰਦੇ ਕਿ ਇਸ ਪ੍ਰੋਬਲਮ ਵਾਲਿਆਂ ਨੂੰ ਖਾਣਾ ਜਿਹੜਾ ਆ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਜਿਵੇਂ ਜਿਹੜੀਆਂ ਚੀਜ਼ਾਂ ਕਬਜ਼ ਕਰਦੀਆਂ, ਮੈਂ ਮੈਦਾ ਜੀ ਆਮ ਕਰ ਕਬਜ਼ ਕਰਦਾ, ਠੀਕ ਹੈ ਨਾ। ਸਾਨੂੰ ਰਫੇਜ਼ ਜ਼ਿਆਦਾ ਖਾਣੀ ਚਾਹੀਦੀ ਹੈ ਤਾਂ ਕਿ ਜਿਹੜਾ ਜਦੋਂ ਬੰਦਾ ਖਾਣਾ ਖਾਵੇ ਉਹਦੇ ਅੰਦਰ ਰਫੇਜ਼ ਇੰਨੀ ਕੁ ਹੋਵੇ ਤਾਂ ਇੰਟੈਸਟਾਈਨ ਦੇ ਵਿੱਚੋਂ ਜਿਹੜੀਆਂ ਪਹਿਲਾਂ ਦੱਸੋ ਕਿ ਜਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ, ਫਿਰ ਆਪਾਂ ਜਿਹੜੀਆਂ ਖਾਣੀਆਂ ਚਾਹੀਦੀਆਂ ਉਹਦਾ ਜਿਵੇਂ ਆਪਣੇ ਸਾਰੀਆਂ ਜਿਹੜੇ ਤੁਹਾਡੇ ਫਾਸਟ ਫੂਡ ਹੈ, ਜਿਵੇਂ ਕੋਈ ਨਿਊਡਲ ਹੋ ਗਿਆ, ਕੋਈ ਤੁਹਾਡੇ ਸਮੋਸੇ ਹੋ ਗਏ, ਬ੍ਰੈਡ ਹੋ ਗਏ, ਇਹਨਾਂ 'ਚ ਕੁਛ ਨਹੀਂ ਖਾਣਾ ਚਾਹੀਦਾ ਬਿਲਕੁਲ ਵੀ। ਜੇ ਤੁਹਾਡਾ ਸਿੰਪਲ ਘਰ ਦਾ ਖਾਣਾ ਬਣਿਆ ਉਹਦੇ ਜਿਹੜੀ ਕਣਕ ਤੁਸੀਂ ਲੈ ਰਹੇ ਹੋ, ਕਣਕ ਨੂੰ ਜੋ ਤੁਸੀਂ ਛਾਣ ਦਿੰਦੇ ਹੋ ਉਹਦੇ ਉੱਤੋਂ ਉਤਾਰ ਕੇ ਸੁਸੜ ਦਿੰਦੇ ਹੋ, ਸਭ ਤੋਂ ਗਲਤ ਚੀਜ਼ ਆ ਉਹ ਕਣਕ ਦੇ ਉੱਪਰੋਂ ਉਤਾਰ ਕੇ ਸੁਸੜ ਨੂੰ ਕਦੇ ਨਹੀਂ ਸਿੱਟਣਾ ਚਾਹੀਦਾ। ਜਿਹੜੀ ਯੂਸਫੁਲ ਚੀਜ਼ ਆ ਅਸੀਂ ਇਹਨੂੰ ਸਾਰੀ ਨੂੰ ਡਿਸਕਾਰਡ ਕਰ ਦਿੰਦੇ ਹਾਂ, ਮੈਦਾ ਖਾਣਾ ਸ਼ੁਰੂ ਕਰ ਦਿੰਦੇ ਹਾਂ। ਜਿਹੜਾ ਉਹਦਾ ਛਿਲਕੇ ਸਮੇਤ ਸਾਨੂੰ ਆਪਣੀ ਰੋਟੀ ਬਣਾਉਣੀ ਚਾਹੀਦੀ ਹੈ। ਜਾਂ ਅੱਜ ਕੱਲ੍ਹ ਤਾਂ ਦੇਖੋ ਵੀ ਬਾਹਰੋਂ ਚੋਕਰ ਵੀ ਮਿਲਦਾ ਹੈ, ਇਹਨੂੰ ਬਰਾਨ ਕਹਿੰਦੇ ਹਾਂ ਅਸੀਂ, ਬੰਦਾ 2 ਚਮਚ ਪਾ ਕੇ ਉਹਦੇ ਵਿੱਚ ਆਪਦੀ ਰੋਟੀ ਨੂੰ ਬਣਾਉਂਦਾ ਪਿਆ, ਉਹਦੇ ਦੇ ਅੰਦਰ ਮੈਦੇ ਦਾ ਕੰਟੈਂਟ ਘੱਟ ਕਰਦਾ ਪਿਆ, ਉਹਦੀ ਰਫੇ ਦਾ ਕੰਟੈਂਟ ਵਧਾ ਰਿਹਾ। ਉਹ ਸਭ ਤੋਂ ਪਹਿਲੇ ਉਹ ਡਾਈਟ ਸਾਨੂੰ ਖਾਣੀ ਚਾਹੀਦੀ, ਸਵੇਰੇ ਦਹੀਂ ਦੇ ਨਾਲ ਖਾਣੀ ਚਾਹੀਦੀ ਹੈ, ਹੈ ਨਾ। ਆਪਣਾ ਜਿਹੜਾ ਡਾਈਟ ਹੈ, ਫਿਰ ਦੁਪਹਿਰ ਦੇ ਟਾਈਮ 'ਚ ਜਿਹੜਾ ਤੁਸੀਂ ਖਾਣਾ ਖਾਣਾ ਹੈ ਤਾਂ ਉਹਦੇ ਤੁਹਾਡੇ ਕੋਲ ਸੈਲਡ ਜ਼ਰੂਰ ਹੋਣਾ ਚਾਹੀਦਾ। ਸੈਲਡ ਦੇ ਵਿੱਚ ਅੱਜ ਕੱਲ੍ਹ ਖੀਰੇ ਹੈ, ਤਰਾਂ ਨੇ,
ਜਾਂ ਕੋਈ ਵੀ ਚੀਜ਼ ਸਾਡੇ ਸੈਲਡ ਗ੍ਰੀਨ ਲੀਫੀ ਵੈਜੀਟੇਬਲਸ ਜਿਹੜੀਆਂ ਆਉਂਦੀਆਂ ਨੇ ਕੁਝ ਖਾਣ ਵਾਸਤੇ ਉਹਦੇ ਵਿੱਚ ਜ਼ਰੂਰ ਲੈਣੀਆਂ ਚਾਹੀਦੀਆਂ। ਇੱਕ ਗ੍ਰੀਨ ਵੈਜੀਟੇਬਲ ਲੈਣੀ ਚਾਹੀਦੀ ਹੈ ਸਾਨੂੰ, ਤੇ ਨਾਲ ਕੋਈ ਇੱਕ ਦਾਲ ਲੈਣੀ ਚਾਹੀਦੀ ਹੈ, ਨਾਲ ਦਹੀਂ ਲੈਣਾ ਚਾਹੀਦਾ, ਪ੍ਰੋਪਰ ਖਾਣਾ ਖਾਣਾ ਚਾਹੀਦਾ। ਇੰਨਾ ਖਾਣਾ ਚਾਹੀਦਾ ਵੀ ਜ਼ਿਆਦਾ ਭੁੱਖ ਤੋਂ ਜ਼ਿਆਦਾ ਵੀ ਨਹੀਂ ਖਾਣਾ ਚਾਹੀਦਾ, ਜਿੰਨੀ ਓਵਰ ਈਟ ਕਰਨਾ ਨਹੀਂ ਚਾਹੀਦਾ, ਥੋੜਾ ਭੁੱਖ ਰੱਖ ਕੇ ਖਾਣਾ ਚਾਹੀਦਾ। ਠੀਕ ਹੈ ਜੀ। ਖਾਣਾ ਖਾਣ ਤੋਂ ਬਾਅਦ ਥੋੜਾ ਜਿਹਾ ਤੁਸੀਂ ਇੱਕਦਮ ਸੌ ਨਹੀਂ ਜਾਣਾ, ਥੋੜਾ ਟਹਿਲਣਾ ਹੈ, ਆਪਣਾ ਪੂਰਾ ਲਾਈਫ ਸਟਾਈਲ ਇੰਪਰੂਵ ਕਰਨਾ ਹੈ। ਇਹਦੇ ਨਾਲ ਜਿਹੜਾ ਜਦੋਂ ਅਸੀਂ ਸਾਡਾ ਖਾਣ ਵਾਲੀਆਂ ਆਦਤਾਂ ਠੀਕ ਹੋ ਗਈਆਂ, ਠੀਕ ਹੈ ਜੀ, ਫਿਰ ਸਾਨੂੰ ਰਫੇਜ ਸਾਨੂੰ ਪ੍ਰੋਪਰ ਅੰਦਰ ਜਾਣ ਲੱਗ ਗਈ। ਜਦੋਂ ਸਾਡੀ ਜਦੋਂ ਖਾਣਾ ਡਾਈਜੈਸਟ ਹੋਣ ਤੋਂ ਬਾਅਦ ਲਾਰਜ ਇੰਟੈਸਟਾਈਨ ਦੇ ਵਿੱਚ ਜਿਹੜਾ ਅਨਡਾਈਜੈਸਟਡ ਫੂਡ ਜਾਏਗਾ ਤਾਂ ਉਹਦੇ ਅੰਦਰ ਰਫੇਜ ਜ਼ਿਆਦਾ ਹੋਏਗੀ, ਤਾਂ ਉਹਦੇ ਅੰਦਰ ਵਾਟਰ ਆਪਣੇ ਆਪ ਅਬਜ਼ੌਰਬ ਹੋਏਗਾ, ਤਾਂ ਸਾਡਾ ਸਟੂਲ ਜਿਹੜਾ ਸੌਫਟ ਰਹੇਗਾ। ਜਿਹਦੇ ਅੰਦਰ ਰਫੇਜ ਹੋਏਗੀ ਨਹੀਂ ਤਾਂ ਉੱਥੇ ਪਾਣੀ ਨਹੀਂ ਆਏਗਾ, ਜਦੋਂ ਵਾਟਰ ਨਹੀਂ ਆਏਗਾ ਤਾਂ ਉਹ ਸਟੂਲ ਹਾਰਡ ਹੋ ਜਾਏਗਾ ਉੱਥੇ ਪਿਆ ਪਿਆ, ਤੇ ਹਾਰਡ ਹੋਣ ਨਾਲ ਫਿਰ ਸਾਨੂੰ ਕੌਂਸਟੀਪੇਸ਼ਨ ਸ਼ੁਰੂ ਹੋ ਜਾਏਗੀ। ਕੌਂਸਟੀਪੇਸ਼ਨ ਸ਼ੁਰੂ ਹੋਏਗੀ ਤਾਂ ਫਿਰ ਪਾਇਲਸ ਵੱਲ ਤਾਂ ਪਹਿਲਾ ਸਟੈਪ ਹੈ ਜਾਣਾ। ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਚਨੇ ਜਿਹੜੇ ਆ ਇਸ ਜਿੱਦਾਂ ਬਵਾਸੀਰ ਦੇ ਮਰੀਜ਼ ਹੈਗੇ ਆ ਉਹਨਾਂ ਨੂੰ ਵੀ ਫਿਰ ਜਿਆਦਾ ਚਨੇ ਲੈ ਸਕਦੇ ਆ। ਉਹਦੇ ਚਨੇ ਆਪਾਂ ਮਤਲਬ ਚਨੇ ਨਹੀਂ ਆ, ਉਹਦਾ ਛਿਲਕਾ ਨਹੀਂ ਉਤਾਰਨਾ, ਛਿਲਕੇ ਸਮੇਤ ਲੈਣਾ, ਛਿਲਕੇ ਸਮੇਤ। ਹਾਂ, ਇੱਕ ਤਾਂ ਚਨੇ ਦਾ ਬੇਸਨ ਬਣਾਉਂਦੇ ਨੇ, ਬੇਸਨ ਕੀ ਕਰਦੇ ਨੇ ਉਹ ਛਿਲਕਾ ਉਤਾਰ ਦਿੰਦੇ ਨੇ। ਇੱਕ ਚਨੇ ਦਾ ਆਟਾ ਪ੍ਰੋਪਰ ਉਹਦੇ ਛਿਲਕੇ ਸਮੇਤ ਪੀਸਿਆ ਜਾਂਦਾ, ਉਹ ਅਸੀਂ ਲੈ ਸਕਦੇ ਹਾਂ, ਥੋੜੀ ਅਮਾਊਂਟ ਦੇ ਵਿੱਚ ਲੈ ਸਕਦੇ ਹਾਂ, ਪਰ ਉਹਦੇ ਨਾਲ ਹਮੇਸ਼ਾ ਦੇਸੀ ਘੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਥੋੜਾ ਦੇਸੀ ਘੀ ਖਾਓ ਕਿਉਂਕਿ ਉਹ ਖੁਸ਼ਕ ਹੁੰਦੇ ਆ। ਠੀਕ। ਬਵਾਸੀਰ ਵਾਲੇ ਪ੍ਰੋਬਲਮ ਨੂੰ ਆਪਾਂ ਨੂੰ ਜਿਹੜਾ ਪੇਸ਼ੈਂਟ ਆ ਉਹਨੂੰ ਖੁਸ਼ਕੀ ਤੋਂ ਥੋੜਾ ਬਚਾਉਣਾ। ਤੇ ਤੁਹਾਡਾ ਮਤਲਬ ਕਹਿਣ ਦਾ ਹੈਗਾ ਕਿ ਜਿਹੜੀ ਘੇ ਆ ਜਾਂ ਕੁਝ ਇਦਾਂ ਦਾ ਵੀ ਉਹ ਥੋੜਾ ਥੋੜਾ ਜਿੱਦਾਂ ਇਹ ਚੀਜ਼ਾਂ ਨਾਲ ਲੈਣੀ ਚਾਹੀਦੀ ਕਿ ਬੋਡੀ ਜਿਹੜੀ ਹੈਗੀ ਅੰਦਰੋਂ ਖੁਸ਼ਕ ਨਾ ਹੋਵੇ। ਬਿਲਕੁਲ ਜੀ। ਜਿਹੜਾ ਘੀ ਹੈ ਬੜੀ ਯੂਸਫੁਲ ਹੈ, ਜਿਹਨੂੰ ਅਸੀਂ ਕਹਿੰਦੇ ਵੀ ਬਹੁਤ ਘੱਟ ਮਾਤਰਾ 'ਚ ਲੈਤਾ ਹੋਇਆ ਘੀ ਸਾਡੀ ਬੋਡੀ ਨੂੰ ਓਵਰਆਲ ਫਾਇਦਾ ਕਰਦਾ ਹੈ, ਸਾਡੀ ਬੋਡੀ ਦੀ ਅਗਨੀ ਨੂੰ ਵਧਾਉਂਦਾ ਹੈ। ਈਵਨ ਕਿ ਸਾਡੇ ਤਾਂ ਇਹ 'ਚ ਲਿਖਿਆ ਵੀ ਸਵੇਰੇ ਉੱਠਣ ਸਾਰ ਪਿਓਰ ਦੇਸੀ ਘੀ ਗਾਂ ਦਾ ਇੱਕ ਨੱਕ ਦੇ ਵਿੱਚ ਨਾਸ ਲੈਣੀ ਚਾਹੀਦੀ ਹੈ ਹਮੇਸ਼ਾ ਨੂੰ, ਇੱਦਾਂ ਕਰਕੇ ਲੈਣੀ ਚਾਹੀਦੀ ਹੈ। ਸਾਡੇ ਵਾਲਾ ਜਿਹੜਾ ਉੱਪਰ ਵਾਲਾ ਏਰੀਆ ਹੈ ਸਾਰਾ ਉਹਦੇ ਨਾਲ ਬਹੁਤ ਸਟਰੋਂਗ ਹੁੰਦਾ ਹੈ, ਤੇ ਇਸ ਕਰਕੇ ਥੋੜਾ ਘੀ ਲੈਣਾ ਕਿਸੇ ਵੀ ਪ੍ਰੋਬਲਮ ਦੇ ਵਿੱਚ ਕੋਈ ਗਲਤ ਨਹੀਂ ਹੈ, ਲੈਣਾ ਚਾਹੀਦਾ। ਤੇ ਜੇ ਜਿੱਦਾਂ ਆਪਾਂ ਗੱਲ ਕਰੀਏ ਕੇਕ ਖਾਣ ਦੀ, ਕੀ ਉਹਦੇ ਵਿੱਚ ਆਪਣੀ ਦਾਲ ਸਬਜ਼ੀ ਤੜਕਾ ਲਾ ਸਕਦੇ ਆ ਜਾਂ ਉਹਨੂੰ ਕੀ ਤਰੀਕਾ ਹੈਗਾ ਉਹਨੂੰ ਖਾਣ ਦਾ? ਘੇ ਤੜਕਾ ਲਾਉਣ ਵਾਸਤੇ ਥੋੜਾ ਜ਼ਿਆਦਾ ਚਾਹੀਦਾ ਹੁੰਦਾ ਸਾਨੂੰ, ਕਿ ਇਸ ਕਰਕੇ ਸਰਸੋਂ ਦਾ ਤੇਲ ਬੈਟਰ ਹੈ। ਥੋੜਾ ਸਰਸੋਂ ਤੇਲ ਨਾਲ ਅਸੀਂ ਉਹਨੂੰ ਤੜਕਾ ਲਗਾ ਲਈਏ ਆਪਣਾ ਤਾਂ ਜ਼ਿਆਦਾ ਵਧੀਆ। ਜਦੋਂ ਅਸੀਂ ਖਾਣਾ ਖਾ ਰਹੇ ਹਾਂ ਉਦੋਂ ਥੋੜਾ ਤੁਸੀਂ ਕੀ ਪਾ ਲਓ। ਅੱਛਾ, ਉੱਪਰ ਦੀ ਜਿੱਦਾਂ ਹੁਣ ਆਪਣੇ ਟ੍ਰੈਡੀਸ਼ਨ ਪਹਿਲੇ ਹੁੰਦੇ ਸੀ ਕਿ ਦਾਲ ਸਬਜ਼ੀ ਦੇ ਵਿੱਚ ਘੀ ਪਾ ਕੇ ਉਹ ਖਾਂਦੇ ਸੀ। ਤੇ ਫਿਰ ਦੋਸਤੋ ਆਪਾਂ ਜੇ ਗੱਲ ਕਰੀਏ ਕਿ ਸਾਡੇ ਬਜ਼ੁਰਗ ਜਿਹੜੇ ਹੁੰਦੇ ਸੀਗੇ ਫਿਰ ਤਾਂ ਉਹ ਅਨਪੜ੍ਹ ਹੁੰਦੇ ਸੀਗੇ, ਬਟ ਫਿਰ ਵੀ ਤਾਂ ਉਹ ਤਾਂ ਸਾਰਾ ਕੁਛ ਹੀ ਮੇਰੇ ਹਿਸਾਬ ਦੇ ਨਾਲ ਤਾਂ ਉਹ ਤਾਂ ਪੂਰੇ ਡਾਕਟਰ ਵੀ ਸੀਗੇ, ਸਾਰਾ ਕੁਝ ਵੀ ਸੀਗੇ, ਕਿਉਂਕਿ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਕੌਣ ਦੱਸਦਾ ਸੀ, ਕਿਉਂਕਿ ਉਹ ਸਾਡਾ ਟ੍ਰੈਡੀਸ਼ਨ ਹੀ ਸੀਗਾ। ਅੱਜ ਵੀ ਜੇ ਪਿੰਡਾਂ ਦੇ ਵਿੱਚ ਆਪਾਂ ਚੱਲੀਏ ਅੱਜ ਵੀ ਉਹ ਟ੍ਰੈਡੀਸ਼ਨ ਜਾਰੀ ਹੈਗਾ ਕਿ ਦਾਲ ਸਬਜ਼ੀ ਉੱਤੇ ਉਹ ਘੇ ਥੋੜਾ ਪਾ ਕੇ ਹੀ ਉਹ ਖਾਂਦੇ ਆ। ਪਿੰਡਾਂ ਦੇ ਉਹੀ ਗੱਲ ਮੈਂ ਅਸੀਂ ਲਾਸਟ ਟਾਈਮ ਡਿਸਕਸ ਕੀਤਾ ਜੀ, ਮੇਥੀ ਦੀ ਗੱਲ ਕੀਤੀ ਸੀ। ਪਹਿਲਾਂ ਅਸੀਂ ਜਿੰਨਾ ਮਰਜ਼ੀ ਕਿਤਾਬ ਦੇ ਵਿੱਚ ਲਿਖਿਆ ਸਾਰਾ ਕੁਝ ਦੱਸਦੇ ਰਹੀ ਮੇਥੇ ਚੰਗੇ ਹੁੰਦੇ ਆ, ਮੇਥੇ ਚੰਗੇ ਹੁੰਦੇ ਆ, ਪਰ ਜਦੋਂ ਦੁਬਾਰਾ ਦੇਖਿਆ ਜੀ ਉਹਨੂੰ ਮਾਈਕਰੋਸਕੋਪ ਥੱਲੇ ਰੱਖਿਆ, ਉਹਦੇ ਕੈਮੀਕਲ ਰਿਐਕਸ਼ਨ ਕੀਤੇ, ਫਿਰ ਕਿਹਾ ਜੀ ਇਹਦੇ ਤਾਂ ਬੜੇ ਯੂਸਫੁਲ ਮਾਈਕਰੋਨਿਊਟ੍ਰੀਐਂਟਸ ਨੇ, ਇਹ ਤਾਂ ਲੈਣਾ ਚਾਹੀਦਾ। ਫਿਰ ਅਸੀਂ ਲੈਣੇ ਉਹ ਚੀਜ਼ ਨੂੰ। ਹੁਣ ਦੇਸੀ ਘੀ ਦੇ ਵਿੱਚ ਵੀ ਇਹ ਚੀਜ਼ ਆ ਚੁੱਕੀ ਹੈ। ਇਸ ਟਾਈਮ ਤੇ ਸਾਇੰਟਿਸਟ ਸਾਰੇ ਬੰਦੇ ਕਹਿ ਰਹੇ ਨੇ ਵੀ ਦੇਸੀ ਘੀ ਬਹੁਤ ਚੰਗਾ ਹੈ, ਇਹਨੂੰ ਖਾਣਾ ਚਾਹੀਦਾ। ਇਹਦੇ ਅੰਦਰ ਕੁਛ ਇਦਾਂ ਦੇ ਹੈਗੇ ਨੇ, ਮਤਲਬ ਕੁਛ ਤੱਤ ਨੇ ਇਦਾਂ ਦੇ ਬੜੇ ਚੰਗੇ ਹੁੰਦੇ ਨੇ, ਲੈਣੇ ਚਾਹੀਦੇ। ਸਰਸੋਂ ਤੇਲ ਵਾਸਤੇ ਦੁਬਾਰਾ ਫਿਰ ਆਇਆ ਵੀ ਸਰਸੋਂ ਤੇਲ ਸਭ ਤੋਂ ਵਧੀਆ ਜੀ। ਪਹਿਲਾਂ ਅਸੀਂ ਰਿਫਾਈਨਡ ਖਾਈ ਜਾਂਦੇ ਸੀ, ਦੇਖੋ ਕਿੰਨਾ ਜ਼ਿਆਦਾ ਰਿਫਾਈਨਡ ਦਾ ਟ੍ਰੈਂਡ ਚੱਲਿਆ, ਕਿੰਨਾ ਜ਼ਿਆਦਾ ਡਾਲਡੇ ਦਾ ਟ੍ਰੈਂਡ ਚੱਲਿਆ, ਫਿਰ ਹੁਣ ਅਸੀਂ ਉਹ ਬਿਲਕੁਲ ਬੰਦ ਕਰ ਚੁੱਕੇ ਹਾਂ। ਕਿਤੇ ਨਾ ਕਿਤੇ ਅਸੀਂ ਦੁਬਾਰਾ ਫਿਰ ਉੱਥੇ ਪਹੁੰਚ ਗਏ। ਫਿਰ ਤੋਂ ਸਾਇੰਸ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸਾਡੇ ਬਜ਼ੁਰਗਾਂ ਨੂੰ ਸਭ ਚੀਜ਼ ਦਾ ਪਤਾ ਸੀ, ਉਹ ਵਧੀਆ ਸੀ ਸਾਇੰਸ। ਇਹ ਜੋ ਸਾਡਾ ਟ੍ਰੈਡੀਸ਼ਨਲੀ ਚੀਜ਼ਾਂ ਨੂੰ ਅਸੀਂ ਫੋਲੋ ਕਰਦੇ ਆ ਰਹੇ ਹਾਂ, ਜੇ ਅਸੀਂ ਉਹਨਾਂ ਨੂੰ ਵੀ ਫੋਲੋ ਕਰਾਂਗੇ ਤਾਂ ਵੀ ਅਸੀਂ ਬਿਮਾਰ ਨਹੀਂ ਹੋਵਾਂਗੇ। ਸਾਡੇ ਕੌਣ ਪਹਿਲਾਂ ਸਮੋਸੇ ਖਾਂਦਾ ਸੀਗਾ ਜੀ, ਪਹਿਲਾਂ ਕਚੌੜੀਆਂ, ਕੌਣ ਨੂਡਲਸ ਖਾਂਦਾ ਸੀਗਾ, ਕੌਣ ਸਾਡੇ ਪੀਜ਼ੇ ਬਰਗਰ ਖਾਂਦਾ ਸੀਗਾ, ਇਹ ਅਸੀਂ ਹੁਣ ਸ਼ੁਰੂ ਕਰ ਲਏ। ਇਹ ਤਾਂ ਪ੍ਰੋਬਲਮਸ ਤਾਂ ਆਪਣੇ ਆਪ ਹੀ ਇਸ ਕਰਕੇ ਹੁਣ ਪ੍ਰੋਬਲਮ ਜ਼ਿਆਦਾ ਹੋ ਰਹੀਆਂ। ਤੇ ਫਿਰ ਡਾਕਟਰ ਸਾਹਿਬ ਇਹੀ ਹੈ ਕਿ ਅਸੀਂ ਜਿੱਦਾਂ ਵੈਸਟਰਨ ਵਰਲਡ ਦੀ ਚਮਕੋ ਦਮਕੋ ਦੇਖ ਕੇ ਉਹਨਾਂ ਨੂੰ ਚਲੋ ਕੱਪੜੇ ਜਿਹੜੇ ਹੈਗੇ ਆ ਉਹਨਾਂ ਦੇ ਉੱਤਾਂ ਦੇ ਪਾਉਂਦੇ ਆ, ਪਰ ਖਾਣ ਰਹਿਣ ਸਹਿਣ ਜਿਹੜਾ ਹੈਗਾ ਅਸੀਂ ਬਾਹਰਲੇ ਮੁਲਕਾਂ ਵਰਗਾ ਕਰਕੇ, ਬਟ ਬਾਹਰਲੇ ਮੁਲਕ ਜਿਹੜੇ ਹੈਗੇ ਆ ਹੁਣ ਜਿਹੜੇ ਏਸ਼ੀਅਨ ਕੰਟਰੀਜ਼ ਆ ਉਹਨਾਂ ਦੀਆਂ ਇਹ ਟ੍ਰੈਡੀਸ਼ਨਸ ਜਿਹੜੇ ਆ ਫੋਲੋ ਕਰਦੇ ਆ, ਤੇ ਅਸੀਂ ਜਿਹੜੇ ਹੈਗੇ ਆ ਉਹ ਬਾਹਰਲੇ ਮੁਲਕਾਂ ਦੀਆਂ ਕਾਪੀਆਂ ਕਰ ਲੱਗ ਪਏ ਆ। ਗੱਲ ਆਪਾਂ ਕਰਦੇ ਆ ਪਾਇਲਸ ਦੀ, ਤੇ ਇਹਦੀ ਫਿਰ ਟ੍ਰੀਟਮੈਂਟ ਜਿਹੜੀ ਹੈਗੀ ਆ
ਕਿੱਦਾਂ ਆਯੁਰਵੈਦਿਕ ਦੇ ਹਿਸਾਬ ਆਯੁਰਵੇਦ ਦੇ ਵਿੱਚ ਜਿਵੇਂ ਪਹਿਲਾਂ ਤਾਂ ਇਨੀਸ਼ੀਅਲ ਸਟੇਜ ਤੇ ਜ਼ਿਆਦਾ ਫਸਟ ਡਿਗਰੀ ਪਾਇਲਸ ਹੈ ਵੀ ਉਹ ਬਾਹਰ ਨਹੀਂ ਨਿਕਲਦੀਆਂ ਪਈਆਂ, ਕੋਈ ਥੋੜਾ ਮੋਟਾ ਬਲੀਡਿੰਗ ਹੋ ਰਹੀ ਹੈ, ਅੰਦਰੋਂ ਹੋ ਰਹੀ ਹੈ, ਤਾਂ ਅਸੀਂ ਪਹਿਲਾਂ ਤਾਂ ਉਹਨੂੰ ਇਹ ਕੌਨਸਟੀਪੇਸ਼ਨ ਠੀਕ ਕਰਕੇ ਸਾਡੀਆਂ ਕੁਛ ਮੈਡੀਸਨ ਹੈਗੀਆਂ ਨੇ, ਜਿਵੇਂ ਅਰਸ਼ ਕੋਠਾਰ ਰਸ ਹੈ ਜਾਂ ਕੁਛ ਤੇ ਆਇਲ ਨੇ, ਆਇਲ ਐਪਲੀਕੇਸ਼ਨ ਲਗਾ ਕਰਵਾ ਕੇ ਹੌਟ ਸੀਟ ਬਾਤ ਕਰਾ ਕੇ ਉਸ ਏਰੀਆ ਨੂੰ ਸਾਫਟ ਕਰਕੇ ਤੇ ਬਾਕੀ ਪੂਰਾ ਉੱਪਰੋਂ ਪ੍ਰੈਸ਼ਰ ਪੈਣਾ ਘੱਟ ਕਰਕੇ ਕੁਛ ਲਿਵਰ ਦੀਆਂ ਮੈਡੀਸਿਨ ਦੇ ਕੇ, ਤਾਂ ਕਿ ਜਦੋਂ ਬਲੱਡ ਵੈਸਲ ਦਾ ਲਿਵਰ ਦੇ ਵਿੱਚ ਦੀ ਹੋ ਕੇ ਨੀਚੇ ਜਾਂਦੀਆਂ ਸਾਰੀਆਂ ਮੇਨ, ਤਾਂ ਲਿਵਰ ਤੋਂ ਪ੍ਰੈਸ਼ਰ ਪਏਗਾ ਤਾਂ ਲਿਵਰ ਦੀਆਂ ਕੁਛ ਮੈਡੀਸਿਨ ਆਯੁਰਵੇਦ ਦੀਆਂ ਜਿਹੜੀਆਂ ਲਿਵਰ ਨੂੰ ਰੀਜੂਬਿਨੇਟ ਕਰਦੀਆਂ। ਅੱਜ ਤੱਕ ਐਲੋਪੈਥੀ 'ਚ ਕੋਈ ਇੱਦਾਂ ਦੀ ਦਵਾਈ ਨਹੀਂ ਜਿਹੜੀ ਲਿਵਰ ਨੂੰ ਰੀਜੂਬਿਨੇਟ ਕਰਦੀ ਹੈ, ਸਿਰਫ ਆਯੁਰਵੇਦ 'ਚ ਮੈਡੀਸਿਨ ਹੈ ਜਿਹੜੀ ਲਿਵਰ ਨੂੰ ਰੀਜੂਬਿਨੇਟ ਕਰਦੀ ਹੈ। ਆਮ ਸਾਡੇ ਘਰ ਦੇ ਬਾਹਰ ਮਕੋਏ ਲੱਗੀ ਹੁੰਦੀ ਹੈ, ਮਕੋਏ ਤੁਸੀਂ ਦੇਖੀ ਹੋਣੀ ਹੈ, ਆਮ ਸਾਡੇ ਹਰੇਕ ਬੰਦੇ ਨੂੰ, ਪਿੰਡ ਵਾਲੇ ਬੰਦੇ ਨੂੰ ਪਤਾ ਹੋਏਗਾ, ਜਿਹੜੇ ਇੱਕ ਪੇੜ ਲੱਗਿਆ ਹੁੰਦਾ ਉਹਦੇ ਛੋਟੇ ਛੋਟੇ ਮਤਲਬ ਰੈੱਡ ਕਲਰ ਦੀਆਂ ਨਾ ਉਹ ਲੱਗੀਆਂ ਹੁੰਦੀਆਂ ਉਹਦੇ ਉੱਪਰ, ਅਸੀਂ ਆਮ ਹੀ ਛੋਟੇ ਹੁੰਦੇ ਤੋੜ ਕੇ ਆਉਂਦੇ, ਰੈੱਡ ਜਾਂ ਬਲੈਕ ਕਲਰ ਦੀਆਂ ਲੱਗੀਆਂ ਹੁੰਦੀਆਂ, ਉਹ ਮਕੋਏ ਹੁੰਦਾ। ਉਹਦੇ 2 ਪੱਤੇ ਤੋੜ ਕੇ ਸਵੇਰੇ ਉਹਦਾ ਸਿੰਪਲ ਜੂਸ ਬਣਾ ਕੇ ਜਾਂ ਉਹਨਾਂ ਨੂੰ ਵੈਸੇ ਹੀ ਚੱਬ ਲਓ, ਤੁਹਾਡਾ ਲਿਵਰ ਰੀਜੂਬਿਨੇਟ ਰਹਿੰਦਾ ਉਹਦਾ। ਲਿਵਰ ਤੋਂ ਵਧੀਆ ਉਹਦੇ ਵਾਸਤੇ ਕੋਈ ਦਵਾਈ ਨਹੀਂ ਹੈ, ਉਹ ਸਾਨੂੰ ਲਿਵਰ ਨੂੰ ਠੀਕ ਕਰਦਾ ਜੀ। ਥੋੜਾ ਬੰਦਾ ਡਾਈਟ ਕੰਟਰੋਲ, ਫਿਰ ਐਕਸਰਸਾਈਜ਼, ਉਹ ਪਹਿਲੀ ਸਟੇਜ ਦੂਜੀ ਸਟੇਜ ਤਾਂ ਉਹਦੀ ਵੈਸੇ ਹੀ ਬਵਾਸੀਰ ਉੱਤੇ ਕਵਰ ਹੋ ਜਾਂਦੀ ਹੈ। ਪਰ ਹੁਣ ਜਦੋਂ ਪਾਇਲਸ ਦੇ ਜਿਹੜੇ ਸਾਡੇ ਮੌਕੇ ਨੇ ਇੰਨੇ ਲਟਕਣੇ ਸ਼ੁਰੂ ਹੋ ਜਾਂਦੇ ਨੇ ਬਾਹਰ ਵੀ ਹੁਣ ਇਹਦਾ ਅਸੀਂ ਨਹੀਂ ਇਲਾਜ ਕਰ ਸਕਦੇ, ਫਿਰ ਆਯੁਰਵੇਦ ਦੇ ਵਿੱਚ ਟ੍ਰੀਟਮੈਂਟ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਖਿਸ਼ਾਰ ਸੂਤਰ। ਖਿਸ਼ਾਰ ਸੂਤਰ ਦੇ ਵਿੱਚ ਕੀ ਹੈ, ਇੱਕ ਥਰੈਡ ਹੈ, ਥਰੈਡ ਦੇ ਉੱਪਰ ਸਾਡੇ ਜਿਵੇਂ ਕੁਛ ਇੱਦਾਂ ਦੇ ਮੈਡੀਕੇਟਡ ਥਰੈਡ ਹੈ, ਉਹਦੇ ਅੰਦਰ ਕੋਈ ਮੈਡੀਸਿਨਸ ਲੱਗੀਆਂ ਹੁੰਦੀਆਂ ਜਿਹੜੀਆਂ ਉਹ ਜ਼ਖਮ ਨੂੰ ਧੀਰੇ 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 ਕੱਟਦੀਆਂ, ਕੱਟ ਕੇ ਧੀਰੇ ਧੀਰੇ ਉਹਨੂੰ ਹੀਲ ਕਰ ਦਿੰਦੀਆਂ। ਮਤਲਬ ਕਿਸੇ ਹੁਣ ਉਹ ਕੀ ਕਰਦੀਆਂ, ਕੁਛ ਗਨਸ ਹੁੰਦੀਆਂ ਨੇ ਜਿਹੜੀਆਂ ਉਹ ਮੌਕੇ ਨੂੰ ਪਕੜਦੀਆਂ ਨੇ, ਖਿਸ਼ਾਰ ਸੂਤਰ ਉਹਨਾਂ ਦੇ ਮੂਹਰੇ ਲੱਗਿਆ ਹੁੰਦਾ, ਜਿੱਥੇ ਲਾਸਟ ਦੇ ਉੱਪਰ ਜਾ ਕੇ ਉਹ ਸਾਡਾ ਮੌਕਾ ਜਿੱਥੋਂ ਓਰੀਜੀਨੇਟ ਹੋ ਰਿਹਾ ਉੱਥੇ ਜਾ ਕੇ ਉਹਨੂੰ ਟਾਈਟਲੀ ਬੈਂਡ ਕਰ ਦਿੰਦੀ ਹੈ। ਮਤਲਬ ਤੁਹਾਡਾ ਕੀ ਇਹ ਇੱਕ ਆਪਰੇਸ਼ਨ ਕਾਈਂਡ ਆਫ ਬਿਲਕੁਲ ਆਪਰੇਸ਼ਨ ਕਾਈਂਡ ਆਫ ਟ੍ਰੀਟਮੈਂਟ ਆਯੁਰਵੇਦ ਦਾ, ਜਿਹੜਾ ਇੰਨਾ ਫੇਮਸ ਹੈ। ਕਿਸੇ ਮਤਲਬ ਐਲੋਪੈਥੀ ਟ੍ਰੀਟਮੈਂਟ ਦਾ ਬਿਲਕੁਲ ਟੋਟਲੀ ਡਿਫਰੈਂਟ ਹੈ, ਪਰ ਆਯੁਰਵੇਦ ਦੇ ਵਿੱਚ ਅਸੀਂ ਕੀ ਕਰਦੇ ਹਾਂ, ਉਹ ਥਰੈਡ ਨੂੰ ਜਿਹਨੂੰ ਕਹਿੰਦੇ ਛੱਲੇ ਪਾਤੇ ਜਾਂ ਰਿੰਗ ਪਾਤਾ ਆਮ ਕਹਿੰਦੇ, ਅਸੀਂ ਉਹਨੂੰ ਗਨ ਨਾਲ ਪਕੜ ਕੇ ਉਹਦੇ ਬਿਲਕੁਲ ਲਾਸਟ ਐਂਡ ਤੇ ਉਹ ਰਿੰਗ ਪਾ ਦਿੰਦੇ ਹਾਂ। ਉਹ ਰਿੰਗ ਧੀਰੇ 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 ਕੀ ਕਰਦਾ, ਉਹਨੂੰ ਹੀਲ ਕਰਕੇ ਜਿਹੜਾ ਮੌਕਾ ਉਹਨੂੰ ਪੂਰੇ ਨੂੰ ਕੱਟ ਦਿੰਦਾ, ਉਹਨੂੰ ਹੀਲ ਕਰਨ ਤੋਂ ਬਾਅਦ ਰਿੰਗ ਬਾਹਰ ਨਿਕਲ ਜਾਂਦਾ ਆਪਣੇ ਆਪ। ਉਹ ਇੱਕ ਬਹੁਤ ਵਧੀਆ ਟ੍ਰੀਟਮੈਂਟ ਹੈ, ਪੇਨਲੈਸ, ਜ਼ਿਆਦਾ ਕੋਈ ਪੇਨ ਨਹੀਂ ਹੁੰਦੀ, ਲੋਕਲ ਦੇ ਵਿੱਚ ਟ੍ਰੀਟਮੈਂਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਲਾਈਫ ਬੰਦੇ ਨੂੰ ਡਾਈਟ ਕੰਟਰੋਲ ਕਰਕੇ ਇੱਕਦਮ ਉਹਨੂੰ ਛੁਟਕਾਰਾ ਮਿਲ ਜਾਂਦਾ ਉਸ ਚੀਜ਼ ਤੋਂ। ਤੇ ਜਿੱਦਾਂ ਕਈ ਲੋਕ ਜਿਹੜੇ ਹੈਗੇ ਆ ਬਹੁਤ ਹੀ ਸਾਲਾਂ ਤੋਂ ਸਫਰ ਕਰਦੇ ਆ, ਟ੍ਰੀਟਮੈਂਟ ਜਿੱਦਾਂ ਆਪਾਂ ਐਲੋਪੈਥੀ ਦੀ ਗੱਲ ਕਰੀਏ ਬਹੁਤ ਕਰਾਉਂਦੇ, ਆਪਰੇਸ਼ਨ ਵੀ ਕਰਾ ਲੈਂਦੇ ਆ, ਬਟ ਫਿਰ ਵੀ ਜਿੱਦਾਂ ਉਹ ਜਿੱਦਾਂ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹਿੰਦੇ ਕਿ ਜੜ੍ਹਾਂ ਨਹੀਂ ਜਾਂਦੀਆਂ, ਦੁਬਾਰੇ ਉਹ ਹਰੇ ਹੋ ਰਹੇ ਹੁੰਦੇ ਆ। ਕੀ ਇੱਦਾਂ ਦੀ ਕੋਈ ਟ੍ਰੀਟਮੈਂਟ ਹੈਗੀ ਆ ਆਯੁਰਵੈਦਿਕ ਵਿੱਚ ਜਿਹੜੇ ਆਪਾਂ ਕਹ ਲਈਏ ਕਿ ਬਹੁਤ ਹੀ ਪੁਰਾਣੀ ਪ੍ਰੋਬਲਮ ਹੈਗੀ ਆ ਤਾਂ ਉਹ ਸੋਲਵ ਹੋ ਸਕੇ, ਉਹ ਜਿੱਦਾਂ ਕਿਉਰ ਹੋ ਸਕੇ? ਬਿਲਕੁਲ, ਉਹਦਾ ਲਾਈਫ ਸਟਾਈਲ ਇੰਪਰੂਵ ਕਰਕੇ ਕੁਛ ਮੈਡੀਸਿਨ ਦੇ ਕੇ ਥੋੜਾ weight lose ਕਰਾ ਕੇ, ਉਹਦਾ ਕੀ ਰੂਟ ਕਾਜ਼ ਹੈ, ਕੌਨਸਟੀਪੇਸ਼ਨ ਹੈ, ਲਿਵਰ ਹੈ, ਮੈਂ ਤੁਹਾਨੂੰ ਦੱਸਿਆ ਵੀ ਲਿਵਰ ਦੀ ਕੋਈ ਮੈਡੀਸਿਨ ਨਹੀਂ ਹੈਗੀ ਐਲੋਪੈਥੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ, ਉਹਨੂੰ ਵੀ ਰੀਜੂਬਿਨੇਟ ਕਰੇ ਉਹਨੂੰ, ਪਰ ਸਾਡੇ ਕੋਲ ਆਯੁਰਵੇਦ ਦੇ ਵਿੱਚ ਕੁਛ ਮੈਡੀਸਿਨ ਹੈਗੀਆਂ ਇਹਨੂੰ ਰੀਜੂਬਿਨੇਟ ਕਰਦੀਆਂ। ਤਾਂ ਡੈਫੀਨੇਟਲੀ ਮੈਂ ਜੇ ਇੱਦਾਂ ਦੇ ਤੁਹਾਡੇ 10 ਪੇਸ਼ੈਂਟ ਹੈ, 2 ਜਾਂ 3 ਪੇਸ਼ੈਂਟ ਨੂੰ ਜ਼ਰੂਰ ਫਾਇਦਾ ਹੋਏਗਾ ਜੇ ਆਯੁਰਵੇਦ ਦੇ ਸਾਡੇ ਉਹਦੇ ਵਿੱਚ ਦਿਖਾਇਆ ਜਾਵੇ, ਉਹਨੂੰ ਕੀਤਾ ਜਾਵੇ ਟ੍ਰੀਟਮੈਂਟ। ਐਲੋਪੈਥੀ ਕਰਕੇ ਤਾਂ ਉਹ ਅੱਕ ਚੁੱਕਿਆ, ਹੁਣ ਉਹਨੇ ਸਭ ਕੁਝ ਟ੍ਰੀਟਮੈਂਟ ਲੈ ਚੁੱਕਿਆ, ਉਹਨੂੰ ਦੁਬਾਰਾ ਹੀ ਰਿਕਵਰ ਹੋ ਰਿਹਾ। ਇੱਕ ਵਾਰੀ ਉਹਨੂੰ ਇਹ ਟ੍ਰੀਟਮੈਂਟ ਵੀ ਫੋਲੋ ਕਰਨਾ ਚਾਹੀਦਾ। ਇਹ ਚੀਜ਼ ਕਈ ਲੋਕ ਜ਼ਿਆਦਾ ਪੜ੍ਹੇ ਲਿਖੇ ਲੋਕ ਜ਼ਿਆਦਾ ਪੜ੍ਹ ਜਾਂਦੇ ਨੇ, ਕਹਿੰਦੇ ਨੇ ਛੱਡੋ ਪਰਾਂ ਤਾਂ ਦੇਸੀ ਦਵਾਈ ਹੈ, ਦੇਸੀ ਇਹਨਾਂ ਤੋਂ ਦੂਰ ਰਹੋ, ਕੀ ਹੈ, ਪਰ ਮਤਲਬ ਇੱਦਾਂ ਨਹੀਂ ਹੈਗਾ, ਇਹ ਪੂਰੀ ਸਾਇੰਟੀਫਿਕਲੀ ਚੀਜ਼ ਪ੍ਰੂਵਨ ਹੈ, ਉਹਨੂੰ ਥੋੜ੍ਹਾ ਅਜਮਾਉਣਾ ਚਾਹੀਦਾ ਤੇ ਡੈਫੀਨੇਟਲੀ ਫਰਕ ਪਊਗਾ ਉਹਨੂੰ। ਤੇ ਇਹ ਜੇ ਗੱਲ ਕਰੀਏ ਆਪਾਂ, ਤੁਸੀਂ ਮੈਂਸ਼ਨ ਕੀਤਾ ਸੀਗਾ ਕਿ ਜਦੋਂ ਬਲੀਡਿੰਗ ਆ, ਕਈ ਲੋਕ ਹੈਗੇ ਆ ਕਿ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਹੈਵੀ ਬਲੀਡਿੰਗ ਹੁੰਦੀ ਆ ਜਦੋਂ ਸਟੂਲ ਪਾਸ ਕਰਦੇ ਆ, ਉਹਦੇ ਵਾਸਤੇ ਜੇ ਜਿੱਦਾਂ ਇੰਨੀ ਹੈਵਿੰਗ ਬਲੀਡਿੰਗ ਹੋ ਗਿਆ ਕਿ ਉਹਦੇ ਵਿੱਚ ਨਾਲ ਫਿਰ ਉਹਨਾਂ ਦਾ ਖੂਨ ਜਿਹੜਾ ਹੈਗਾ ਬੋਡੀ ਚੋਂ ਕਈ ਵਾਰ ਤਾਂ ਇੱਦਾਂ ਹੁੰਦੀ ਕਿ ਬਲੱਡ ਟ੍ਰਾਂਸਫਿਊਜ਼ਨ ਵੀ ਉਹਨਾਂ ਨੂੰ ਟਾਈਮ ਕਰਾਉਣਾ ਪੈਂਦਾ ਆ ਕਿ ਜਦੋਂ ਇਹ ਪ੍ਰੋਬਲਮ ਬਹੁਤ ਹੀ ਵੱਧ ਜਾਂਦੀ ਆ। ਕੀ ਇੱਦਾਂ ਦੀ ਕੁਛ ਹੈਗੀ ਆ ਆਯੁਰਵੈਦਿਕ ਵਿੱਚ ਜਿਹੜੀ ਇਹ ਪ੍ਰੋਬਲਮ ਨੂੰ ਕਿਉਰ ਕਰ ਸਕੇ? ਦੇਖੋ, ਜਿਹੜੀ ਬਲੀਡਿੰਗ ਹੋਣਾ ਹਰੇਕ ਬੰਦੇ ਦਾ ਇੱਕ ਜਿਹੜਾ BT ਤੇ CT ਬਲੀਡਿੰਗ ਟਾਈਮ ਐਂਡ ਕਲੌਟਿੰਗ ਟਾਈਮ ਹੈ। ਇੱਕ ਬਲੱਡ ਨਿਕਲਦਾ, ਜੇ ਤੁਸੀਂ ਉਹਨੂੰ ਨਾ ਵੀ ਰੋਕੋਗੇ ਤਾਂ ਉਹਨੇ ਕੁਝ ਟਾਈਮ ਬਾਅਦ ਕਲੌਟ ਹੋ ਜਾਣਾ। ਕਲੌਟ ਹੋ ਜਾਣਾ। ਹੁਣ ਜਿਸ ਬੰਦੇ ਦੇ ਬਲੀਡਿੰਗ ਹੋ ਰਹੀ ਹੈ
ਹੁਣ ਜੀ ਬਲੱਡ ਵੈਸਲ ਦੇ ਅੱਗੇ ਥੋੜੀ ਦੇਰ ਬਾਅਦ ਬਲੱਡ ਨੇ ਕਲੌਟ ਬਣ ਕੇ ਮੂਰੇ ਕਲੌਟ ਬਣ ਲੱਗ ਜਾਣਾ, ਉਹਦਾ ਲੱਗ ਜਾਣਾ, ਉਹਦਾ ਬਲੱਡ ਰੁਕ ਜਾਣਾ ਉਹਦਾ ਆਪਣੇ ਆਪ। ਜੇ ਉਹਨੂੰ ਕੋਈ ਬਲੀਡਿੰਗ ਰਿਲੇਟਡ ਕੋਈ ਪ੍ਰੋਬਲਮ ਨਹੀਂ ਹੈ, ਇਹ ਬਲੀਡਿੰਗ ਡਿਸਆਰਡਰ ਹੁੰਦੇ ਨੇ, ਵਿਟਾਮਿਨ ਕੇ ਦੀ ਡੈਫੀਸ਼ੀਐਂਸੀ ਹੈ ਜਾਂ ਕਈ ਇਦਾਂ ਦੇ ਫੈਕਟਰਸ ਨੇ ਬਲੱਡ ਦੇ ਅੰਦਰ ਜਿਹੜਾ ਬਲੱਡ ਨੂੰ ਕਲੌਟਿੰਗ 'ਚ ਹੈਲਪ ਕਰਦੇ ਨੇ, ਫੈਕਟਰ 9 ਆਈ ਥਿੰਕ ਸੋ। ਜੇ ਬੰਦੇ ਅੰਦਰ ਉਹ ਨਹੀਂ ਹੈ, ਜਿਹਨੇ ਹੀਮੋਫੀਲੀਆ ਵਗੈਰਾ ਅਸੀਂ ਕਹਿ ਦਿੰਦੇ ਹਾਂ, ਜੇ ਉਹ ਪ੍ਰੋਬਲਮਸ ਨਹੀਂ ਆਉਣ, ਜੇ ਤਾਂ ਬੰਦੇ ਨੂੰ ਉਹ ਪ੍ਰੋਬਲਮਸ ਨੇ, ਹੀਮੋਫੀਲੀਆ ਹੋ ਗਿਆ, ਵਿਟਾਮਿਨ ਕੇ ਦੀ ਡੈਫੀਸ਼ੀਐਂਸੀ ਹੋ ਗਈ, ਬਲੀਡਿੰਗ ਡਿਸਆਰਡਰ ਨੇ ਉਹਨਾਂ ਦੇ, ਫਿਰ ਤਾਂ ਉਹਨਾਂ ਨੂੰ ਉਹਦਾ ਇੱਕ ਐਮਰਜੈਂਸੀ ਹੈ, ਜੇ ਉਹਨਾਂ ਨੂੰ ਬਲੀਡਿੰਗ ਹੋ ਗਈ ਹੈ, ਫਿਰ ਤਾਂ ਕਿਸੇ ਵੀ ਪਾਰਟ 'ਚ ਉਹਦੇ ਛੋਟਾ ਜਿਹਾ ਵੀ ਕੱਟ ਲੱਗੇਗਾ, ਉਹਦਾ ਬਲੱਡ ਸਟਾਪ ਨਹੀਂ ਹੋਏਗਾ, ਫਿਰ ਤਾਂ ਉਹਨੂੰ ਐਮਰਜੈਂਸੀ ਹੈ, ਉਹਨੂੰ ਕਿਵੇਂ ਨਾ ਕਿਵੇਂ ਕਰਕੇ ਸਟਿਚ ਕਰਕੇ ਜਾਂ ਉਹਨੂੰ ਰਿਮੂਵ ਕਰਕੇ ਕਿਸੇ ਨਾ ਕਿਸੇ ਕਰਕੇ ਸਰਜੀਕਲੀ ਉਹਨੂੰ ਕਰੈਕਟ ਕਰਨਾ ਪਊਗਾ। ਪਰ ਜੇ ਨੋਰਮਲ ਬੰਦਾ ਹੈ ਪਰ ਉਹਨੂੰ ਕੋਈ ਬਲੀਡਿੰਗ ਡਿਸਆਰਡਰ ਨਹੀਂ ਹੈ ਤਾਂ ਉਹਦਾ ਨੈਚੁਰਲੀ ਬਲੱਡ ਜਿਹੜਾ ਕਲੌਟ ਕਰ ਜਾਏਗਾ। ਇਨ ਦੀ ਮੀਨ ਟਾਈਮ ਜਦੋਂ ਬੰਦਾ ਨੈਕਸਟ ਟਾਈਮ ਸਟੂਲ ਪਾਸ ਕਰਦਾ ਹੈ, ਜਦੋਂ ਪ੍ਰੈਸ਼ਰ ਪੈਂਦਾ ਉਹਦੇ ਉੱਤੇ, ਫਿਰ ਮੂਹਰੋਂ ਉਹ ਪਲੱਗ ਨਿਕਲ ਜਾਂਦਾ, ਫਿਰ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਫਿਰ ਸਾਨੂੰ ਕੀ ਹੈ ਉਸ ਟਾਈਮ ਤੇ ਤਾਂ ਸਟੂਲ ਸੌਫਟਨਰ ਦੇਣਾ ਪੈਂਦਾ ਵੀ ਉਹਨੂੰ ਪ੍ਰੈਸ਼ਰ ਨਾ ਪਵੇ, ਜਿਹੜਾ ਸਟੂਲ ਆ ਉਹਦਾ ਇਦਾਂ ਹੀ ਪਾਸ ਹੋ ਜਾਏ, ਹੌਟ ਸਿਟ ਬਾਤ ਕਰੇ ਤੇ ਥੋੜਾ ਸਟੂਲ ਇਦਾਂ ਪਾਸ ਹੋ ਜਾਏ ਧੀਰੇ ਧੀਰੇ ਉਹਦਾ, ਤਾਂ ਕਿ ਫਿਰ ਧੀਰੇ ਧੀਰੇ ਅਸੀਂ ਉਹਨੂੰ ਉਸ ਚੀਜ਼ ਨੂੰ ਕੰਡੀਸ਼ਨ ਨੂੰ ਥੋੜਾ ਰਿਵਾਈਵ ਕਰ ਸਕਦੇ ਹਾਂ। ਇਦਾਂ ਹੋ ਸਕਦਾ। ਤੇ ਤੁਹਾਡਾ ਮੇਨ ਤਾਂ ਮਤਲਬ ਇਹ ਕਹਿੰਦਾ ਹੈਗਾ ਕਿ ਜਿਹੜੀ ਹੈਗੀ ਕਬਜ਼ ਨਾ ਹੋਣ ਦਿਓ। ਹਾਂ ਬਿਲਕੁਲ ਜੀ, ਹਾਂਜੀ, ਜਿੰਨੀ ਕਬਜ਼ ਹੋਗੀ ਤੇ ਉਨੀ ਹੀ ਇਹ ਹਾਂ, ਜਿੰਨਾ ਪ੍ਰੈਸ਼ਰ ਪਏਗਾ ਉਨਾ ਹੀ ਜ਼ਿਆਦਾ ਮਤਲਬ ਪ੍ਰੋਬਲਮ ਹੋ ਜਾਏਗੀ। ਤੇ ਫਾਈਨਲ ਵਿੱਚ ਤੁਸੀਂ ਇੱਕ ਵਾਰ ਫਿਰ ਦੱਸ ਦਿਓ ਕਿ ਜਿਹੜੀ ਇਹਦੀ ਟ੍ਰੀਟਮੈਂਟ ਹੈਗੀ ਆ, ਵੀ ਬੇਸਿਕ ਜਿਹੜੇ ਆਪਾਂ ਜੇ ਗੱਲ ਕਰੀਏ ਬਵਾਸੀਰ ਦੀ, ਤੇ ਉਹਦੇ ਵਿੱਚ ਕਿੰਨਾ ਕੁ ਟਾਈਮ ਲੱਗ ਜਾਂਦਾ ਆ? ਮਹੀਨੇ ਸਵਾ ਮਹੀਨੇ ਦੇ ਵਿੱਚ ਕਾਫੀ ਰਿਕਵਰੀ ਹੋ ਜਾਂਦੀ ਹੈ, ਫਸਟ ਡਿਗਰੀ ਸੈਕੰਡ ਡਿਗਰੀ ਦੇ ਵਿੱਚ। ਥਰਡ ਡਿਗਰੀ ਦੇ ਵਿੱਚ ਜੇ ਜ਼ਿਆਦਾ ਤਾਂ ਫਿਰ ਉਹਨੂੰ ਆਪਰੇਸ਼ਨ ਦੇ ਟਾਈਮ ਤੇ ਜਿਹੜਾ ਅਸੀਂ ਰਿੰਗ ਚੜਾਉਂਦੇ ਆ ਹੋ ਗਿਆ। ਤੇ ਤੀਸਰਾ ਜਿਹੜਾ ਫਿਸਚੂਲਾ ਹੈ, ਫਿਸਚੂਲਾ ਦੇ ਵਿੱਚ ਵੀ ਅਸੀਂ ਇਹ ਕਰਦੇ ਹਾਂ, ਫਿਸਚੂਲਾ ਬਾਰੇ ਆਪਾਂ ਨਹੀਂ ਕੀਤਾ, ਫਿਸਚੂਲਾ ਦੇ ਵਿੱਚ ਸਾਡਾ ਸੇਮ ਥ੍ਰੈਡ ਹੈ, ਅਸੀਂ ਇੰਟੈਸਟ ਜਿਹੜੀ ਉਹਦੀ ਏਨਲ ਕਨਾਲ ਦੇ ਅੰਦਰ ਦੀ ਥ੍ਰੈਡ ਪਾ ਕੇ ਉਹਦੇ ਬਾਹਰ ਲਿਆ ਕੇ ਉਹਨੂੰ ਗੱਠ ਮਾਰ ਦਿੰਦੇ ਹਾਂ, ਤਾਂ ਕਿ ਉਹਦਾ ਪੂਰਾ ਅਲਸਰ ਅੰਦਰੋਂ ਠੀਕ ਹੁੰਦਾ ਬਾਹਰ ਆ ਕੇ ਕੱਟ ਕੇ ਦੁਬਾਰਾ ਸਕਿਨ ਨਵੀਂ ਬਣ ਜਾਂਦੀ ਆ ਉਹਦੇ ਆ ਕੇ। ਤੇ ਫਿਰ ਇਹਨੂੰ ਕਿੰਨਾ ਕੁ ਟਾਈਮ ਲੱਗਦਾ ਆ ਕਿਉਰ ਹੋਣ ਨੂੰ? ਜਿਹੜਾ ਸਰਜੀਕਲ ਪ੍ਰੋਸੀਜਰ 1 ਮਹੀਨੇ ਦੇ ਵਿੱਚ ਕਵਰ ਹੋ ਜਾਂਦਾ ਹੈ। ਓਕੇ। ਮਹੀਨਾ ਸਵਾ ਮਹੀਨੇ ਦੇ ਵਿੱਚ ਪ੍ਰੋਬਲਮ ਕਾਫੀ ਬੰਦਾ ਕਹਿੰਦਾ ਮੈਂ ਠੀਕ ਹੋ ਗਿਆ, ਪਰ ਇੱਕ ਵਾਰ ਇਹਨੂੰ ਠੀਕ ਕਰ ਦਿੰਦੇ ਆ ਤੇ ਦੁਬਾਰਾ ਫਿਰ ਉਹੀ ਆਪਣਾ ਆਹਾਰ ਵਿਹਾਰ ਤੇ ਆ ਗਿਆ, ਫਿਰ ਉਹੀ ਪ੍ਰੋਬਲਮ ਹੈ। ਓਕੇ। ਪਰ ਬੰਦੇ ਨੂੰ ਥੋੜਾ ਕੰਟਰੋਲ ਕਰਕੇ ਚੱਲਣਾ ਪੈਣਾ, ਫਿਰ ਜਾ ਕੇ ਉਹਨੇ, ਕਈ ਬੰਦਿਆਂ ਦਾ ਅਲਕੋਹਲ ਨਾਲ ਬੜੀ ਹੁੰਦੀ ਹੈ ਜੀ, ਅਲਕੋਹਲ ਲਈ ਫਿਰ ਉੱਥੇ ਲਿਵਰ ਦੇ ਉੱਪਰ ਪ੍ਰੈਸ਼ਰ ਪਿਆ, ਲਿਵਰ ਉਹਦਾ ਹਾਰਡ ਹੋ ਗਿਆ ਤੇ ਬਲੱਡ ਵੈਸਲ ਨੇ ਜਿਹੜੀਆਂ ਇੱਥੋਂ ਲਿਵਰ ਦੇ ਵਿੱਚ ਦੀ ਨਿਕਲ ਕੇ ਹੀ ਨਸਾਂ ਨੀਚੇ ਨੂੰ ਜਾਂਦੀਆਂ ਨੇ, ਤੇ ਜੋ ਜਾਂਦੀਆਂ ਤੇ ਉੱਥੇ ਪ੍ਰੈਸ਼ਰ ਪੈਣ ਨਾਲ ਫਿਰ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ। ਉਹਨੂੰ ਕੰਟਰੋਲ ਕਰਨਾ ਪੈਣਾ ਜੇ ਉਹਨੂੰ ਪ੍ਰੋਬਲਮ ਆ ਗਈ ਹੈ ਕੋਈ। ਤੁਹਾਡਾ ਕਹਿਣ ਦਾ ਮਤਲਬ ਹੈਗਾ ਆ ਕਿ ਜੇ ਇਹ ਪ੍ਰੋਬਲਮ ਹੈਗੀ ਬਵਾਸੀਰ ਦੀ, ਤੇ ਲਿਵਰ ਨੂੰ ਜਿਹੜਾ ਹੈਗਾ ਆ ਉਹ ਪ੍ਰੋਪਰ ਫੰਕਸ਼ਨਲ ਆਪਾਂ ਨੂੰ ਰੱਖਣਾ ਪੈਣਾ। ਬਿਲਕੁਲ। ਸਭ ਤੋਂ ਮੇਨ ਜਿੱਤੀ ਹੈਗੀ ਹੈ ਕਿ ਲਿਵਰ ਦੀ ਹੀ ਟ੍ਰੀਟਮੈਂਟ, ਤੇ ਲਿਵਰ ਨੂੰ ਆਪਣਾ ਜਿਹੜਾ ਜਿੰਨਾ ਕਲੀਨ ਰੱਖ ਸਕਦੇ ਆ ਰੱਖੀਏ। ਬਿਲਕੁਲ ਜੀ, ਬਿਲਕੁਲ। ਲਿਵਰ ਨੂੰ ਰੀਜੂਮੀਨੇਟ ਰੱਖੋ, ਐਂਟੀਆਕਸੀਡੈਂਟਸ ਅਸੀਂ ਦੇਣੇ ਆ, ਬਾਡੀ ਨੂੰ ਪੂਰਾ ਕਲੀਨ ਅਪ ਕਰਨਾ ਉਹਦਾ, ਮਤਲਬ ਜਿਵੇਂ ਬਵਨ ਬਰੇਸ਼ਨ ਸਾਡਾ ਤੁਹਾਨੂੰ ਦੱਸਿਆ ਮੈਂ, ਤੇ ਇਹ ਲਿਵਰ ਤੇ ਕਨਸਟੀਪੇਸ਼ਨ ਦੋਨਾਂ ਦਾ ਆਪਸ ਵਿੱਚ ਬਹੁਤ ਗਹਿਰਾ ਸੰਬੰਧ ਹੈ। ਇਹਨੂੰ ਅਸੀਂ ਠੀਕ ਰੱਖਾਂਗੇ ਤਾਂ ਬਸ ਠੀਕ ਹੋ ਜਾਏਗਾ। ਤੇ ਡਾਕਟਰ ਸਾਹਿਬ ਗੱਲਾਂ ਤਾਂ ਆਪਾਂ ਇਹਦੇ ਉੱਤੇ ਬਹੁਤ ਹੀ ਹੋਰ ਕਰਾਂਗੇ, ਕਿਉਂਕਿ ਇਹ ਜਿਹੜੀ ਬਿਮਾਰੀ ਆ ਕਾਮਨ ਇੱਕ ਬਹੁਤ ਹੀ ਵੱਡੀ ਪ੍ਰੋਬਲਮ ਹੈਗੀ ਆ ਆਪਣੇ ਲੋਕਾਂ ਦੇ ਵਿੱਚ। ਤੇ ਹੋਰ ਕੁਝ ਤੁਸੀਂ ਜਿਹੜੇ ਸਾਡੇ ਦਰਸ਼ਕ ਆਪਣੇ ਦੇਖ ਰਹੇ ਆ ਉਹਨਾਂ ਨੂੰ ਕੁਝ ਸੁਜੈਸਸ਼ਨ ਜਾਂ ਕੁਝ ਮੈਸੇਜ ਇਸ ਬਾਰੇ ਦੇਣਾ ਚਾਹੋ ਤਾਂ? ਹਾਂਜੀ, ਇਸ ਜਿਵੇਂ ਪ੍ਰੋਬਲਮ ਦੇ ਵਿੱਚ ਹਰੇਕ ਬੰਦੇ ਨੂੰ ਬੜੇ ਅਲੱਗ-ਅਲੱਗ ਸਿੰਪਟਮ ਹੁੰਦੇ ਨੇ ਜੀ। ਆਪਾਂ ਇੱਕ ਮਤਲਬ ਜਿਹੜੇ ਸਿੰਪਲ ਸਿੰਪਟਮ ਸਾਰਿਆਂ ਨੂੰ ਦੱਸ ਕੇ ਇਸ ਚੀਜ਼ ਦਾ ਉਹ ਕੀਤਾ ਹੈ, ਤੇ ਜੇ ਕਿਸੇ ਬੰਦੇ ਨੂੰ ਕੋਈ ਪਾਰਟਿਕੂਲਰ ਇਦਾਂ ਦੇ ਸਿੰਪਟਮ ਆਉਂਦੇ ਨੇ ਤਾਂ ਜ਼ਰੂਰ ਜਿਹੜਾ ਤੁਹਾਡਾ ਉਹ ਲਿਖਣ, ਤਾਂ ਕਿ ਸਾਡੇ ਇਸ ਚੀਜ਼ ਤੋਂ ਫਾਇਦਾ ਲੈਣ, ਤਾਂ ਕਿ ਅਸੀਂ ਉਹਨੂੰ ਪਾਰਟਿਕੂਲਰਲੀ ਉਹ ਚੀਜ਼ ਵੀ ਦੱਸ ਸਕਦੇ ਹਾਂ ਕਿ ਤੁਹਾਨੂੰ ਕੋਈ ਐਕਚੁਅਲੀ ਪ੍ਰੋਬਲਮ ਹੈ ਤੇ ਉਹਨੂੰ ਕਿੱਦਾਂ ਰਿਲੀਫ ਅਸੀਂ ਦੇ ਸਕਦੇ ਹਾਂ। ਬਾਕੀ ਆਪਣਾ ਹਾਇਰ ਵਿਹਾਰ ਕੰਟਰੋਲ ਰੱਖੋ ਜੀ। ਤੇ ਦੋਸਤੋ, ਉਮੀਦ ਕਰਦੇ ਹਾਂ ਕਿ ਜੋ ਇਨਫੋਰਮੇਸ਼ਨ ਅੱਜ ਬਵਾਸੀਰ ਨੂੰ ਲੈ ਕੇ ਡਾਕਟਰ ਸਾਹਿਬ ਨੇ ਸ਼ੇਅਰ ਕੀਤੀ ਆ, ਤੇ ਤੁਹਾਨੂੰ ਵੀ ਇਹ ਜਾਣਕਾਰੀ ਜਿਹੜੀ ਹੈਗੀ ਆ ਵੈਲਿਊਬਲ ਬਹੁਤ ਹੀ ਲਾਭ ਹੋਊਗਾ। ਤੇ ਜੇਕਰ ਕਿਸੇ ਨੂੰ ਵੀ ਇੱਦਾਂ ਦੀ ਪ੍ਰੋਬਲਮ ਹੈਗੀ ਆ ਬਵਾਸੀਰ ਨੂੰ ਰਿਲੇਟਿਡ ਲੈ ਕੇ,
ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਡਾਕਟਰ ਸਾਹਿਬ ਦੇ ਨਾਲ, ਗੱਲਬਾਤ ਕਰ ਸਕਦੇ ਹੋ। ਤੇ ਪਹਿਲਾਂ ਤਾਂ ਤੁਸੀਂ ਆਪਣੇ ਜਿਹੜੇ ਹੈਗੇ ਆ ਕੋਈ ਵੀ ਕੁਇਰੀਜ਼ ਹੈਗੀਆਂ ਆ ਤਾਂ ਉਹ ਜ਼ਰੂਰ ਸਾਨੂੰ ਇਨਬਾਕਸ ਚਾਹੇ ਕਰ ਸਕਦੇ ਆ, ਚਾਹੇ ਜਿਹੜਾ ਫੋਨ ਨੰਬਰ ਹੈਗਾ ਉਹਨੂੰ ਵੀ ਘੁਮਾ ਕੇ ਤੇ ਜਿਹੜੀ ਹੈਗੀ ਆ ਆਪਣੀ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ। ਤੇ ਦੋਸਤੋ ਦੱਸਦੇ ਚੱਲੀਏ ਕਿ ਅਗਰ ਤੁਸੀਂ ਇਸ ਦੇ ਰਿਲੇਟਿਡ ਇਸ ਦੇ ਬਾਬਤ ਗੱਲ ਕਰਨਾ ਚਾਹੋਗੇ ਸਿੱਧੇ ਡਾਕਟਰ ਸਾਹਿਬ ਦੇ ਨਾਲ, ਤੇ ਆਪਾਂ ਉਹ ਵੀ ਨੰਬਰ ਤੁਹਾਨੂੰ ਜ਼ਰੂਰ ਪ੍ਰੋਵਾਈਡ ਕਰਵਾਵਾਂਗੇ। ਤੇ ਇਸ ਉਮੀਦ ਦੇ ਨਾਲ ਦੋਸਤੋ ਮੈਂ ਲੈਣੀ ਆ ਤੁਹਾਡੇ ਕੋਲੋਂ ਇਜਾਜ਼ਤ ਕਿ ਤੁਸੀਂ ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖੋਗੇ ਖਿਆਲ। ਮਿਲਦੇ ਆ ਨੈਕਸਟ ਐਪੀਸੋਡ ਦੇ ਵਿੱਚ, ਤਦ ਤੱਕ ਰੱਖਦੇ ਰਹੋ ਆਪਣਾ ਖਿਆਲ ਦੋਸਤੋ, ਤੇ ਮਿਲਦੇ ਆ ਜਲਦੀ। ਸਤਿ ਸ਼੍ਰੀ ਅਕਾਲ।